ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾकुर ਪੈ ਸੇਵਕ, ਤਤਕਾਲ ਹੋਏ ਆਵੈ। ਰਹਾਉ ਤਿਸ ਸੇਵਕ ਕੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਸ਼ਬਦ ਫਰਮਾਇਆ ਹੈ ਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਕਿ ਉਹ ਆਪਣੇ ਸੇਵਕ, ਆਪਣੇ ਭਗਤ, ਆਪਣੇ ਸਿੱਖ, ਆਪਣੇ ਬੱਚੇ ਦੀ ਆਪ ਇੱਜ਼ਤ ਰੱਖਦਾ ਹੈ ਅਤੇ ਆਪ ਹੀ ਉਹਨਾਂ ਨੂੰ ਨਾਮ ਜਪਾਉਂਦਾ ਹੈ। ਛੋਟੀ ਜਿਹੀ ਸਾਖੀ ਹੈ। ਭਾਈ ਤਰਲੋਕਾ ਜੀ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸਿਪਾਹੀ ਦੀ ਨੌਕਰੀ ਕਰਦਾ ਹੈ, ਫੌਜੀ ਦੀ ਨੌਕਰੀ ਕਰਦਾ ਹੈ। ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਫੌਜ 'ਚ ਹੈ, ਪਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਕਾ ਸਿੱਖ ਹੈ, ਅਨੰਦ ਸਿੱਖ ਹੈ, ਪ੍ਰੇਮੀ ਸਿੱਖ ਹੈ। ਕੀ ਹੁੰਦਾ ਹੈ, ਇੱਕ ਦਿਨ ਕੋਈ ਸ਼ਿਕਾਰ ਖੇਡਣ ਗਿਆ। ਭਾਈ ਤਰਲੋਕਾ ਜੀ ਸ਼ਿਕਾਰ ਖੇਡਣ ਗਏ ਅਤੇ ਸਾਹਮਣੇ ਕੋਈ ਹਰਨੀ ਆ ਗਈ। ਉਹਨਾਂ ਨੇ ਹਰਨੀ ਨੂੰ ਜਦੋਂ ਮਾਰਿਆ, ਤਲਵਾਰ ਮਾਰੀ, ਉਹਦੇ ਢਿੱਡ ਵਿੱਚ ਵੱਜੀ। ਉਹ ਢਿੱਡ ਪਾਟ ਕੇ ਅਤੇ ਉਹਦੇ ਵਿੱਚੋਂ ਛੋਟੇ ਛੋਟੇ ਬੱਚੇ ਸੀ ਹਰਨੀ ਦੇ, ਉਹਦੇ ਪੇਟ ਦੇ ਵਿੱਚ। ਅਤੇ ਹਰਨੀ ਦੇ ਪੇਟ ਦੇ ਵਿੱਚ ਬੱਚੇ ਦੇਖ ਕੇ ਤੇ ਦੁਖੀ ਹੋ ਗਿਆ, ਬਹੁਤ ਜ਼ਿਆਦਾ ਦੁਖੀ ਹੋਣ ਤੋਂ ਬਾਅਦ ਤਲਵਾਰ ਲਾਹਤੀ ਹੈ ਗਲ ਦੇ ਵਿੱਚੋਂ। ਲੋਹੇ ਦੀ ਤਲਵਾਰ ਲਾਹ ਕੇ ਅਤੇ ਲੱਕੜ ਦੀ ਤਲਵਾਰ ਜਿਹੜੀ ਆਪਣੇ ਮਿਆਨ ਦੇ ਵਿੱਚ ਲੱਕੜ ਦੀ ਤਲਵਾਰ ਬਣਾ ਕੇ ਪਾਤੀ ਵੀ ਮੈਂ ਅੱਜ ਤੋਂ ਬਾਅਦ ਕੋਈ ਵੀ ਸ਼ਿਕਾਰ ਵਗੈਰਾ ਕੁਛ ਨਹੀਂ ਕਰਨਾ, ਕਿਸੇ ਦੇ ਉੱਤੇ ਜਿਹੜਾ ਹੈ ਉਹ ਵਾਰ ਨਹੀਂ ਕਰਨਾ। ਅਤੇ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਹੀ ਰਹਿੰਦਾ ਹੈ, ਉਹਦੀ ਫੌਜ ਦੇ ਵਿੱਚ ਹੀ ਰਹਿੰਦਾ ਹੈ। ਕਾਫੀ ਸਮਾਂ ਨਿਕਲ ਗਿਆ, ਲੱਕੜ ਦੀ ਕਿਰਪਾਨ ਪਾਈ ਅਤੇ ਸਿੱਖਾਂ ਨੇ ਕੁਛ ਫੌਜੀਆਂ ਨੇ ਸ਼ਿਕਾਇਤ ਕਰ ਦਿੱਤੀ ਕਿ ਭਾਈ ਤਰਲੋਕਾ ਜੀ ਦੀ ਜੋ ਤਲਵਾਰ ਹੈ ਉਹ ਲੱਕੜ ਦੀ ਹੈ। ਮਹਾਰਾਜ ਜੇ ਕਿਸੇ ਜੰਗ ਦੀ ਲੋੜ ਪੈ ਜੇ ਤਾਂ ਉਹ ਲੱਕੜ ਦੀ ਤਲਵਾਰ ਦੇ ਨਾਲ ਕੀ ਲੜੇਗਾ। ਜਹਾਂਗੀਰ ਨੇ ਇੰਸਪੈਕਸ਼ਨ ਰੱਖਤੀ ਫੌਜ ਦੀ, ਜਿਵੇਂ ਹਥਿਆਰਾਂ ਦੀ ਇੰਸਪੈਕਸ਼ਨ ਹੁੰਦੀ ਹੈ, ਚੈੱਕ ਕੀਤੇ ਜਾਂਦੇ ਹਨ ਹਥਿਆਰ ਫੌਜ ਦੇ ਵਿੱਚ। ਇਸੇ ਤਰ੍ਹਾਂ ਜਹਾਂਗੀਰ ਨੇ ਵੀ ਆਪਣੀ ਫੌਜ ਦੇ ਹਥਿਆਰ ਚੈੱਕ ਕਰਨ ਵਾਸਤੇ ਲਾਈਨਾਂ ਲਵਾ ਲਈਆਂ ਸਾਰੇ ਫੌਜੀਆਂ ਦੀਆਂ, ਅਤੇ ਸਾਰੇ ਲਾਈਨ ਦੇ ਵਿੱਚ ਖੜ੍ਹੇ ਹਨ। ਸਾਰਿਆਂ ਦੀ ਜੋ ਤਲਵਾਰਾਂ ਹਨ ਚੈੱਕ ਹੋ ਰਹੀਆਂ ਹਨ। ਅਤੇ ਜਦੋਂ ਭਾਈ ਤਰਲੋਕਾ ਜੀ ਦੀ ਵਾਰੀ ਆਉਣੀ ਸੀ ਅਜੇ, ਭਾਈ ਤਰਲੋਕਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਵੀ ਹੇ ਸੱਚੇ ਪਾਤਸ਼ਾਹ ਜੀਓ, ਮੈਂ ਤੇਰਾ ਸਿੱਖ ਹਾਂ, ਮੈਂ ਤੇਰੇ ਭਰੋਸੇ ਮੈਂ ਐਡਾ ਵੱਡਾ ਕਦਮ ਚੁੱਕ ਲਿਆ ਸੀ। ਮੈਂ ਰਾਜੇ ਦੀ ਨੌਕਰੀ ਕਰਦਿਆਂ ਹੋਇਆਂ ਵੀ ਮੈਂ ਤਲਵਾਰ ਜਿਹੜੀ ਆ ਪ੍ਰਾਣ ਕੀਤਾ ਸੀ ਤੇਰੇ ਆਸਰੇ ਦੇ ਨਾਲ, ਤੇਰੇ ਉੱਤੇ ਮਾਣ ਕਰਕੇ। ਮਾਣ ਕਰੂੰ ਤੁਧ ਉੱਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨਹਾਰੇ। ਹੇ ਸ਼ਹਿਨਸ਼ਾਹ ਜੀਓ, ਮੈਂ ਤੇਰਾ ਸੇਵਕ ਹਾਂ, ਮੈਂ ਤੇਰੇ ਉੱਤੇ ਮਾਣ ਕਰਕੇ ਮੈਂ ਲੱਕੜ ਦੀ ਕਿਰਪਾਨ ਪਾ ਲਈ ਸੀ। ਅੱਜ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਹੀ ਮੇਰੀ ਇੱਜ਼ਤ ਰੱਖ। ਆਪਣੇ ਸੇਵਕ ਕੀ ਆਪੇ ਰੱਖ। ਜੇ ਤੂੰ ਆਪਣੇ ਸੇਵਕ ਦੀ ਆਪ ਰੱਖਦਾ ਆ ਤਾਂ ਅੱਜ ਮੇਰੀ ਵੀ ਨਿਮਾਣੇ ਦੀ ਰੱਖ। ਇਸੇ ਤਰ੍ਹਾਂ ਅੱਖਾਂ ਮੀਟੀਆਂ ਹਨ, ਅੱਖਾਂ ਮੀਟੀਆਂ ਅਤੇ ਅਰਦਾਸ ਗੁਰੂ ਚਰਨਾਂ ਦੇ ਵਿੱਚ ਕਰ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ, ਸੁਭਾਏਮਾਨ ਹਨ ਆਪਣੇ ਦਰਬਾਰ ਦੇ ਵਿੱਚ। ਤਾਰਾਂ ਖੜਕੀਆਂ, ਇੱਕਦਮ ਆਪਣੀ ਸ੍ਰੀ ਸਾਹਿਬ ਕੱਢੀ
ਦਰਬਾਰ ਦੇ ਵਿੱਚ ਬੈਠਿਆਂ ਨੇ ਸ੍ਰੀ ਸਾਹਿਬ ਹੱਥ ਵਿੱਚ ਫੜੀ, ਨੰਗੀ ਕਰਕੇ ਮਿਆਨ ਦੇ ਵਿੱਚੋਂ ਕੱਢ ਕੇ ਹੱਥ ਦੇ ਵਿੱਚ ਫੜ ਕੇ, ਸੱਜੇ ਹੱਥ ਦੇ ਵਿੱਚ ਫੜ ਕੇ ਖੜੀ ਕਰ ਦਿੱਤੀ ਹੈ। ਕਦੀ ਉਹਦਾ ਸੱਜਾ ਪਾਸਾ ਕਰਦੇ ਹਨ ਕਿਰਪਾਨ ਦਾ, ਕਦੀ ਉਹ ਖੱਬਾ ਪਾਸਾ ਕਰਦੇ ਹਨ, ਕਦੀ ਸਾਹਮਣਾ ਪਾਸਾ ਕਰਦੇ ਹਨ, ਕਦੀ ਉੱਪਰ ਕਰਦੇ ਹਨ, ਕਦੀ ਥੱਲੇ ਕਰਦੇ ਹਨ। ਕਾਫੀ ਦੇਰ ਇਸ ਤਰ੍ਹਾਂ ਕਰਦੇ ਰਹੇ, 2-4 ਮਿੰਟ ਇਸ ਤਰ੍ਹਾਂ ਕਰਦੇ ਰਹੇ। ਫਿਰ ਉਹਨਾਂ ਨੇ ਸ੍ਰੀ ਸਾਹਿਬ ਜਿਹੜੀ ਸੀ ਮਿਆਨ ਦੇ ਵਿੱਚ ਪਾ ਲਈ। ਉੱਧਰੋਂ ਭਾਈ ਤਰਲੋਕਾ ਜੀ ਦੀ ਵਾਰੀ ਆਏਗੀ ਹੈ। ਭਾਈ ਤਰਲੋਕਾ ਜੀ ਨੂੰ ਜਦੋਂ ਆਵਾਜ਼ ਦਿੱਤੀ ਅਫਸਰ ਨੇ ਵੀ ਆਪਣੀ ਕਿਰਪਾਨ ਕੱਢ ਕੇ ਵਿਖਾਓ, ਜਦੋਂ ਇਹਨਾਂ ਦੀ ਵਾਰੀ ਆਈ ਉਸੇ ਵੇਲੇ ਉਹ ਲੱਕੜ ਦੀ ਕਿਰਪਾਨ ਜਿਹੜੀ ਸੀ ਮਿਆਨ ਦੇ ਵਿੱਚੋਂ ਕੱਢੀ, ਜਿਹੜਾ ਜ਼ੋਰ ਦੇ ਨਾਲ ਕੱਢੀ ਫੌਜੀ ਸਟਾਈਲ ਦੇ ਨਾਲ, ਅਤੇ ਆਵਾਜ਼ ਸਿਰ ਕਰਕੇ ਜਦੋਂ ਆਵਾਜ਼ ਆਈ, ਬਹੁਤ ਜ਼ਿਆਦਾ ਸੋਹਣੀ ਆਵਾਜ਼ ਆਈ, ਜਿਵੇਂ ਲੋਹੇ ਦੀ ਕਿਰਪਾਨ ਨਿਕਲਦੀ ਹੈ। ਬਾਹਰ ਕੱਢ ਕੇ ਜਦੋਂ ਵਿਖਾਈ ਉਹਨਾਂ ਨੂੰ, 4 ਚੁਫੇਰੇ ਇੱਧਰੋਂ ਘੁਮਾ ਕੇ ਉੱਧਰੋਂ ਘੁਮਾ ਕੇ 4 ਚੁਫੇਰਾ ਕਿਰਪਾਨ ਦਾ ਵਿਖਾਇਆ। ਕਿਰਪਾਨ ਲਿਸ਼ਕਾਂ ਮਾਰ ਰਹੀ ਸੀ, ਲੱਟ ਲੱਟ ਕਰ ਰਹੀ ਸੀ, ਅੱਖਾਂ ਚੰਧਿਆਉਂਦੀਆਂ ਸਨ ਕਿਰਪਾਨ ਨੂੰ ਵੇਖ ਕੇ। ਉਸ ਇੰਸਪੈਕਸ਼ਨ ਦੇ ਵਿੱਚੋਂ ਭਾਈ ਤਰਲੋਕਾ ਜੀ ਜਿਹੜੇ ਸਨ, ਉਸ ਹਥਿਆਰ ਨੂੰ ਸਾਂਭਣ ਦੇ ਹੱਕ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਏ, ਔਰ ਉਹਨਾਂ ਨੂੰ ਉੱਥੋਂ ਮਾਣ ਪੱਤਰ ਮਿਲਿਆ ਕਿ ਭਾਈ ਤਰਲੋਕਾ ਜੀ ਨੇ ਸਭ ਤੋਂ ਵਧੀਆ ਆਪਣੀ ਸ੍ਰੀ ਸਾਹਿਬ, ਆਪਣੀ ਕਿਰਪਾਨ ਨੂੰ ਸਭ ਤੋਂ ਵਧੀਆ ਸਾਂਭ ਕੇ, ਸੇਵਾ ਕਰਕੇ, ਇਹਨੂੰ ਸਾਫ਼ ਸਫਾਈ ਕਰਕੇ ਇਹਨੂੰ ਰੱਖਿਆ ਹੋਇਆ ਹੈ, ਔਰ ਉਸ ਨੂੰ ਮਾਣ ਮਿਲਿਆ। ਭਾਈ ਤਰਲੋਕਾ ਜੀ ਬਹੁਤ ਖੁਸ਼ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੰਨਵਾਦ ਕਰ ਰਹੇ ਨੇ ਵੀ ਸ਼ਹਿਨਸ਼ਾਹ ਜੀਓ, ਅੱਜ ਤੁਹਾਂ ਮੇਰੀ ਇੱਜ਼ਤ ਰੱਖ ਲਈ ਹੈ। ਉੱਥੋਂ ਸੁਰਖਰੂ ਹੁੰਦਿਆਂ ਸਾਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਨੇ। ਆ ਕੇ ਸਾਰੀ ਕਥਾ ਵਾਰਤਾ ਦੱਸੀ ਹੈ ਕਿ ਕੱਲ੍ਹ ਇਸ ਤਰ੍ਹਾਂ ਹੋਇਆ ਮੇਰੇ ਨਾਲ ਮਹਾਰਾਜ ਜੀ। ਫਿਰ ਸਿੱਖਾਂ ਨੇ ਦੱਸਿਆ ਵੀ ਜਿਸ ਟਾਈਮ ਤੇਰੀ ਇੰਸਪੈਕਸ਼ਨ ਹੋ ਰਹੀ ਸੀ, ਉਸ ਟਾਈਮ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਮਹਾਰਾਜ ਉੱਥੇ ਆਪਣੇ ਸੇਵਕ ਦੀ ਪੈਜ ਰੱਖਣ ਵਾਸਤੇ ਆਪ ਉੱਥੇ ਪਹੁੰਚੇ ਹੋਏ ਸੀ, ਔਰ ਆਪਣੀ ਤਲਵਾਰ ਕੱਢ ਕੇ, ਆਪਣੀ ਕਿਰਪਾਨ ਕੱਢ ਕੇ, ਜਿਸ ਤਰ੍ਹਾਂ ਤੇਰੀ ਇੰਸਪੈਕਸ਼ਨ ਹੋ ਰਹੀ ਸੀ ਉਸੇ ਤਰ੍ਹਾਂ ਹੀ ਇੱਥੋਂ ਘੁਮਾ ਰਹੇ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ੍ਰੀ ਸਾਹਿਬ ਜਿਹੜੀ ਸੀ ਉਹ ਤੇਰੀ ਸ੍ਰੀ ਸਾਹਿਬ ਬਣ ਚੁੱਕੀ ਸੀ। ਹਰੀ ਦੇ ਜਨ ਅਤੇ ਹਰੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਦੀ ਜਿਹੜੀ ਪੈਜ ਸੀ ਉਹ ਆਪ ਇਸ ਤਰ੍ਹਾਂ ਰੱਖੀ। ਸੋ ਜੇ ਅਸੀਂ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਰਹੀਏ ਅਤੇ ਇਹ ਬਹੁਤ ਜ਼ਿਆਦੀਆਂ ਅੱਜ ਦੇ ਟਾਈਮ ਦੇ ਵਿੱਚ ਵੀ ਅਨੇਕਾਂ ਕਥਾਵਾਂ ਵੀ ਆਉਂਦੀਆਂ, ਪ੍ਰੈਕਟੀਕਲ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਵਾਪਰਦਾ ਇਸ ਤਰ੍ਹਾਂ ਕਿ ਜੇ ਆਪਾਂ ਗੁਰੂ ਦੇ ਉੱਤੇ ਓਟ ਰੱਖ ਲਈਏ ਤਾਂ ਗੁਰੂ ਫਿਰ ਆਪਣੇ ਸੇਵਕ ਕੀ ਆਪ ਰੱਖਦਾ ਹੈ ਪੈਜ। ਉਹ ਸਾਡੀ ਇੱਜ਼ਤ ਪੱਤ ਰੱਖ ਕੇ ਸਾਨੂੰ, ਕਈ ਵਾਰੀ ਅਸੀਂ ਵਿਚਾਰ ਵੀ ਕਰਦੇ, ਕਈ ਵਾਰੀ ਸੋਚਦੇ ਹਾਂ ਵੀ ਅਸੀਂ ਆਪਣੇ ਥਾਂ 'ਤੇ ਗਲਤ ਹਾਂ, ਪਰ ਗੁਰੂ ਸਾਹਿਬ ਉਹਨੂੰ ਵੀ ਸਹੀ ਕਰ ਦਿੰਦੇ ਹਨ, ਉਸ ਚੀਜ਼ ਨੂੰ ਵੀ ਸਹੀ ਕਰਦੇ ਨੇ ਜਿਹੜੀ ਸਾਡੇ ਮਨ ਮੁਤਾਬਕ ਸਾਨੂੰ ਗਲਤ ਲੱਗ ਰਹੀ ਹੁੰਦੀ ਹੈ। ਸੋ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਵੀ ਉਹ ਆਪਣੇ ਸੇਵਕ ਦੀ ਆਪ ਹੀ ਪੈਜ ਰੱਖਦਾ ਹੈ ਤਾਂ ਆਪ ਹੀ ਉਸ ਨੂੰ ਨਾਮ ਜਪਾਉਂਦਾ ਹੈ, ਅਤੇ ਜਿੱਥੇ ਜਿੱਥੇ ਵੀ ਉਹਦੇ ਸੇਵਕ ਨੂੰ ਲੋੜ ਪੈਂਦੀ ਹੈ, ਜਿੱਥੇ ਜਿੱਥੇ ਵੀ ਉਹਦੇ ਭਗਤ ਨੂੰ, ਉਹਦੇ ਪਿਆਰੇ ਨੂੰ ਲੋੜ ਪੈਂਦੀ ਹੈ, ਅਤੇ ਅਕਾਲ ਪੁਰਖ ਵਾਹਿਗੁਰੂ ਆਪ ਉੱਥੇ ਪਹੁੰਚ ਕੇ ਉਹਦੀ ਸਹਾਇਤਾ ਕਰਦਾ ਹੈ। ਉੱਠ ਕੇ ਤਹਾਂ ਤਹਾਂ ਉੱਠ ਧਾਵੈ, ਭੱਜ ਹੀ ਪੈਂਦਾ ਉੱਥੇ ਉਹਦੀ ਸੇਵਾ ਕਰਨ ਵਾਸਤੇ, ਆਪਣੇ ਭਗਤ ਦੀ ਲਾਜ ਰੱਖਣ ਵਾਸਤੇ 1 ਸਕਿੰਟ ਨਹੀਂ ਲਾਉਂਦਾ, ਦੇਰ ਨਹੀਂ ਲਾਉਂਦਾ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਰਹਾਓ ਮਹਾਰਾਜ ਕਹਿੰਦੇ ਸੇਵਕ ਕੋ ਨਿਕਟੀ ਹੋਏ ਦਿਖਾਵੈ, ਸੇਵਕ ਨੂੰ ਉਹ ਬਹੁਤ ਨੇੜੇ ਹੋ ਕੇ ਵਿਖਾਉਂਦਾ ਹੈ, ਕਿਉਂਕਿ ਉਹਨੇ ਵਿਸ਼ਵਾਸ ਬਣਾਉਣਾ ਹੁੰਦਾ ਹੈ, ਸੇਵਕ ਨੂੰ ਡੋਲਣ ਨਹੀਂ ਦੇਣਾ ਹੁੰਦਾ ਆਪਣੇ ਬੱਚੇ ਨੂੰ, ਇਸ ਕਰਕੇ ਉਹਨੂੰ ਨਿਕਟੀ ਹੋ ਕੇ, ਬਹੁਤ ਨੇੜੇ ਹੋ ਕੇ ਦਿਖਾਉਂਦਾ ਹੈ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਅਤੇ ਜੋ ਵੀ ਜਿਹੜਾ ਸੇਵਕ ਹੈ ਉਹ ਆਪਣੇ ਠਾਕੁਰ ਨੂੰ, ਆਪਣੇ ਵਾਹਿਗੁਰੂ ਨੂੰ, ਆਪਣੇ ਅਕਾਲ ਪੁਰਖ ਨੂੰ ਜੋ ਕੁਛ ਵੀ ਕਹਿੰਦਾ ਹੈ ਉਹ ਉਸੇ ਵੇਲੇ ਹੀ ਅਕਾਲ ਪੁਰਖ ਪੂਰਾ ਕਰ ਦਿੰਦੇ ਹਨ। ਤਤਕਾਲ ਹੋਇਆ ਵੈ, ਇੱਕ ਖਿਣ ਘੜੀ ਵੀ ਨਹੀਂ ਲੱਗਦੀ, ਮਿੰਟੋ ਮਿੰਟ ਹੀ ਉਹ ਜਿਹੜਾ ਹੈ ਉਸ ਦੀ ਅਰਦਾਸ ਪੂਰੀ ਕਰਦਾ ਹੈ। ਤੇ ਸੇਵਕ ਹੈ ਹਉ ਬਲਹਾਰੀ,
ਜੋ ਆਪਣੇ ਪ੍ਰਭ ਭਾਵੈ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਮੈਂ ਉਸ ਸੇਵਕ ਦੇ ਬਲਿਹਾਰੀ ਜਾਂਦਾ ਹਾਂ, ਉਸ ਭਗਤ ਦੇ, ਉਸ ਸਿੱਖ ਦੇ, ਉਸ ਪ੍ਰੇਮੀ ਦੇ ਮੈਂ ਬਲਿਹਾਰੀ ਜਾਂਦਾ ਹਾਂ ਜੋ ਆਪਣੇ ਪ੍ਰਭ ਨੂੰ ਭਾ ਗਿਆ, ਜੋ ਆਪਣੇ ਵਾਹਿਗੁਰੂ ਅਕਾਲ ਪੁਰਖ ਨੂੰ ਭਾ ਗਿਆ, ਉਹਨੂੰ ਚੰਗਾ ਲੱਗ ਗਿਆ। ਮੈਂ ਉਸ ਸੇਵਕ ਦੇ ਬਲਿਹਾਰੀ ਜਾਂਦਾ ਹਾਂ। ਤਿਸ ਸੇਵਕੀ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਸਿੱਖ ਦੀ ਵਡਿਆਈ ਸੁਣ ਕੇ ਮਨ ਬਾਗੋ ਬਾਗ ਹੋ ਜਾਂਦਾ ਹੈ, ਮਨ ਹਰਿਆ ਭਰਿਆ ਹੋ ਜਾਂਦਾ ਹੈ, ਮਨ ਚੜ੍ਹਦੀਆਂ ਕਲਾਂ ਦੇ ਵਿੱਚ ਆ ਜਾਂਦਾ ਹੈ। ਜਿਸ ਸੇਵਕ ਦੀ ਪ੍ਰਮਾਤਮਾ ਸੁਣਦਾ ਹੈ, ਜਿਸ ਸੇਵਕ ਦੀ ਨੇੜੇ ਹੋ ਕੇ ਪ੍ਰਮਾਤਮਾ ਸੁਣਦਾ ਹੈ, ਉਸ ਸੇਵਕ ਦੀ ਵਡਿਆਈ ਸੁਣਨ ਦੇ ਨਾਲ ਵੀ ਸਾਡਾ ਮਨ ਜਿਹੜਾ ਹੈ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ, ਸਾਡੇ ਵਿੱਚ ਪੋਜ਼ਿਟਿਵ એનર્ਜੀ ਆ ਜਾਂਦੀ ਹੈ। ਤਿਸ ਨਾਨਕ ਪਰਸਨ ਆਵੈ। ਕਹਿੰਦੇ ਹਨ ਕਿ ਇਹੋ ਜਿਹੇ ਸੇਵਕਾਂ ਦੇ ਨਾਨਕ ਆਪ ਦਰਸ਼ਨ ਕਰਨ ਵਾਸਤੇ, ਆਪ ਉਹਨਾਂ ਦੀ ਛੋਹ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਇੰਨੀ ਵਡਿਆਈ, ਇੰਨੀ ਨੇੜਤਾ ਦੱਸੀ ਹੈ ਇੱਕ ਸੇਵਕ ਦੀ ਅਤੇ ਇੱਕ ਅਕਾਲ ਪੁਰਖ ਦੀ, ਇੱਕ ਗੁਰੂ ਦੀ। ਕਿਉਂਕਿ ਗੁਰੂ ਅਤੇ ਅਕਾਲ ਪੁਰਖ ਦੋਨੋਂ ਇੱਕ ਰੂਪ ਹੀ ਹੋ ਜਾਂਦੇ ਹਨ। ਸਾਨੂੰ ਭਗਤ ਕਬੀਰ ਜੀ ਕਹਿੰਦੇ ਹਨ, ਗੁਰ ਗੋਬਿੰਦ ਦੋਏ ਖੜੇ ਕਿਸਕੇ ਲਾਗੋਂ ਪਾਏ। ਭਗਤ ਕਬੀਰ ਜੀ ਕਹਿ ਰਹੇ ਹਨ, ਮੇਰਾ ਗੁਰੂ ਅਤੇ ਅਕਾਲ ਪੁਰਖ ਵਾਹਿਗੁਰੂ ਦੋਵੇਂ ਮੇਰੇ ਸਾਹਮਣੇ ਖੜੇ ਹਨ, ਦੋਵੇਂ ਮੇਰੇ ਸਾਹਮਣੇ ਖਲੋਤੇ, ਮੈਂ ਕਿਹਦੇ ਪੈਰੀਂ ਲੱਗਾ। ਫਿਰ ਅੱਗੋਂ ਆਪੇ ਹੀ ਫਿਰ ਜਵਾਬ ਦਿੰਦੇ ਹਨ ਕਿ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਦਿਖਾਏ। ਮੈਂ ਆਪਣੇ ਗੁਰੂ ਦੇ ਬਲਿਹਾਰ ਜਾਂਦਾ ਹਾਂ ਜਿਹਨੇ ਗੋਬਿੰਦ ਦਿਖਾ ਦਿੱਤਾ। ਜੇ ਅਕਾਲ ਪੁਰਖ ਮੇਰੇ ਕੋਲ ਆ ਗਿਆ ਹੈ, ਜੇ ਮੇਰਾ ਉਹਦੇ ਨਾਲ ਮਿਲਾਪ ਹੋ ਗਿਆ ਤਾਂ ਮਿਲਾਉਣ ਵਾਲਾ ਤਾਂ ਮੇਰਾ ਗੁਰੂ ਹੈ, ਅਤੇ ਅਕਾਲ ਪੁਰਖ ਨੂੰ ਮੈਂ ਬਾਅਦ 'ਚ ਮਿਲੂੰਗਾ। ਪਹਿਲੋਂ ਮੈਂ ਆਪਣੇ ਗੁਰੂ ਦੀ ਪੈਰੀ ਲੱਗਾ, ਅਕਾਲ ਪੁਰਖ ਦੀ ਪੈਰੀ ਬਾਅਦ 'ਚ ਲੱਗਾਂਗਾ। ਇਹ ਸਾਨੂੰ ਸਮਝਾਇਆ ਹੋਇਆ ਹੈ ਕਿ ਗੁਰੂ ਜਿਹੜਾ ਹੈ ਬਹੁਤ ਵੱਡੀ ਚੀਜ਼ ਹੈ। ਗੁਰੂ ਦੇ ਉੱਤੇ ਕਦੀ ਵੀ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ, ਸ਼ੰਕਾ ਨਹੀਂ ਕਰਨੀ ਚਾਹੀਦਾ। ਸਾਡੇ ਢਹਿਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਕਈ ਵਾਰੀ, ਗੁਰੂ ਦੇ ਬਖਸ਼ਣ ਦੇ ਵਿੱਚ, ਗੁਰੂ ਦੇ ਨੇੜੇ ਆਉਣ ਦੇ ਵਿੱਚ ਕੋਈ ਦੇਰੀ ਨਹੀਂ ਹੁੰਦੀ, ਕਿਉਂਕਿ ਉਹ ਤਾਂ ਆਪਣੇ ਸੇਵਕਾਂ ਦੀ ਆਪ ਪੱਤ ਰੱਖਦਾ ਹੈ। ਸੋ ਅੱਜ ਦਾ ਇੰਨਾ ਹੀ। ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।